गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है श्री गुरु अर्जन देव जी महाराज के जीवन प्रसंग। आओ उसका अगला हिस्सा सरवण करने की कोशिश करिए जी। 9वां है सुधा सर सेवा आरंभ। राजा कुछ दिन उपदेश विच परपक होके अपने देश नूं टुर गया। हरिमंदर दी उसारी दा प्रबंध जारी सी ते राजा देखदा सी। ਉਹ ਆਪਣੀ ਵੱਲੋਂ ਕੁਛ ਮਾਇਆ ਇਸ ਮੰਦਰ ਤੇ ਸਫਲੀ ਹੋਣ ਲਈ ਦੇ ਗਿਆ। ਬਾਹਰੋਂ ਵੀ ਹੁਣ ਮਾਇਆ ਖਾਸ ਮੰਦਰ ਵਾਸਤੇ ਆ ਰਹੀ ਸੀ। ਉਂਝ ਆਈ ਮਾਇਆ ਜੋ ਲੰਗਰ ਤੋਂ ਬਚ ਰਹੇ ਸਭ ਹਰ ਮੰਦਰ ਤੇ ਖਰਚ ਹੋਵੇ। ਸਿੱਖ ਸੰਗਤਾਂ ਵਿੱਚ ਇਸ ਮੰਦਰ ਦੀ ਸੇਵਾ ਸੁਭਾਗ ਸਮਝੀ ਜਾਂਦੀ ਸੀ। ਇਸ ਕਰਕੇ ਨਾਮੀ ਸਿੱਖ ਆ ਜੁੜੇ। ਭਾਈ ਬੁੱਢਾ ਆਦਿ ਤਾਂ ਪਾਸ ਹੀ ਰਹਿੰਦੇ ਸਨ। ਕੁਛ ਹੋਰਨਾਂ ਦੇ ਨਾਮ ਵੀ ਪਿੱਛੇ ਦੱਸ ਆਏ ਹਾਂ। ਬਾਬਾ ਆਦਮ ਤੇ ਉਸਦੇ ਘਰ ਭਗਤੂ ਨਾਮੇ ਪੁੱਤ ਦੇ ਗੁਰੂ ਰਾਮਦਾਸ ਜੀ ਦੇ ਵਰ ਨਾਲ ਪੈਦਾ ਹੋਣ ਦਾ ਪ੍ਰਸੰਗ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਸੰਗਾਂ ਵਿੱਚ ਵਾਚ ਆਏ ਹਾਂ। ਇਹ ਭਗਤ ਸੱਚਮੁੱਚ ਦਾ ਭਗਤ ਨਿਕਲਿਆ। ਗੁਰੂ ਚਰਨਾਂ ਵਿੱਚ ਅਨੰਨ ਸ਼ਰਧਾ ਰੱਖਦਾ ਸੀ। ਇਹ ਸੁਣ ਕੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਤਾਲ ਪੱਕਾ ਕਰਨ ਲੱਗੇ ਹਨ ਤੇ ਵਿੱਚ ਮੰਦਰ ਉਸਾਰਨ ਲੱਗੇ ਹਨ, ਭਗਤੂ ਗੁਰੂ ਚਰਨਾਂ ਵਿੱਚ ਆ ਰਿਹਾ ਤੇ ਸੇਵਾ ਵਿੱਚ ਤਤਪਰ ਹੋ ਗਿਆ। ਹੋਰ ਕੁਛ ਨਾਮੀ ਸਿੱਖਾਂ ਦੇ ਨਾਮ ਜੋ ਸੇਵਾ ਵਿੱਚ ਆ ਜੁੜੇ ਇਸ ਪ੍ਰਕਾਰ ਹਨ: ਮੰਝ, ਪਿਰਾਣਾ, ਪੁਰੀਆ, ਚੂਹੜ, ਚੌਧਰੀ, ਪੈੜਾ, ਕਿਸ਼ਨਾ, ਬਾਲਾ, ਸੁਗੜ, ਤਿਲੋਕਾ, ਸਮੁੰਦਾ, ਬੂਲਾ, ਚੰਡੀਆ, ਤੁਲਸੀਆ, ਭਗੀਰਥ, ਕਲਿਆਣਾ, ਲਾਲੂ, ਬਾਲੂ, ਹਰੀਜਨ, ਗੋਖੂ, ਟੋਡਾ, ਝੰਜ, ਕਿਦਾਰੂ, ਗੋਇੰਦਾ, ਮੋਹਣਾ, ਕੁੱਕਾ, ਬਾਲਾ ਮਰਵਾਹਾ, ਜੋਧਾ ਟੁੱਟਾ। ਇਹ ਤਾਂ ਕੁਛ ਨਾਮੀ ਸਿੱਖਾਂ ਦੇ ਨਾਮ ਹਨ। ਉਂਝ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਤੇ ਸਰੋਵਰ ਦੀ ਸੇਵਾ ਕਰਕੇ ਕਿਰਤਾਰਥ ਹੁੰਦੀਆਂ। ਕੋਈ 2 ਦਿਨ, ਕੋਈ 10 ਦਿਨ ਯਥਾ ਸ਼ਕਤ ਰਹਿ ਕੇ ਮੁੜ ਜਾਂਦੀਆਂ। 10ਵਾਂ ਹੈ ਭਾਈ ਮੰਝ। ਭਾਈ ਮੰਝ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆ ਕੇ ਹੀ ਪਾਰਗ੍ਰਾਮੀ ਸਿੱਖ ਹੋਇਆ ਸੀ। ਇਹ ਪਹਿਲਾਂ ਸਖੀ ਸਰਵਰ ਦਾ ਉਪਾਸ਼ਕ ਸੀ। ਇਸ ਦੇ ਗਿਰਾਂ ਦੇ ਸਾਰੇ ਲੋਕ ਤੇ ਭਾਈ ਬੰਦ ਸਰਵਰੀਏ ਸਨ। ਇਸ ਨੇ ਕਿਧਰੇ ਗੁਰੂ ਬਾਣੀ ਸੁਣੀ ਤਾਂ ਸਰਵਰ ਵਾਲੀਆਂ ਖੇਡਾਂ, ਮਨ ਦੇਣੇ ਤੇ ਹੋਰ ਬਨਾਵਟਾਂ ਤੋਂ ਜੀ ਉੱਕ ਗਿਆ ਤੇ ਸਤਿਗੁਰੂ ਅਰਜਨ ਦੇਵ ਜੀ ਦੀ ਸ਼ਰਨ ਆ ਕੇ ਸਿੱਖੀ ਦਾ ਯਾਚਕ ਹੋਇਆ। ਸਤਿਗੁਰੂ ਜੀ ਨੇ ਸਾਰਾ ਹਾਲ ਸੁਣ ਕੇ ਕਿਹਾ, ਭਾਈ ਤੇਰੇ ਲਈ ਸਿੱਖੀ ਧਰਨੀ ਕਸ਼ਟਾਂ ਦਾ ਮੁੱਲ ਲੈਣਾ ਹੋਵੇਗਾ। ਤੂੰ ਸਰਵਰੀਏ ਪਿੰਡ ਦਾ ਵਾਸੀ ਹੈ। ਜਦ ਉਹਨਾਂ ਦੀ ਰਹੁਰੀਤ ਛੋੜੀ ਤੇ ਸਿੱਖੀ ਮਰਿਆਦਾ ਧਾਰ ਲਈ ਤਾਂ ਸਭ ਤੇਰੇ ਵੈਰੀ ਹੋ ਜਾਣਗੇ। ਪਹਿਲੋਂ ਤਾਂ ਤੈਨੂੰ ਠੱਠੇ ਮਖੌਲ ਕਰਨਗੇ, ਫਿਰ ਬਿਰਾਦਰੀ ਵਿੱਚੋਂ ਛੇਕ ਦੇਣਗੇ, ਫਿਰ ਤੇਰਾ ਮਾਲ ਡੰਗਰ ਭੌਂ ਸਭ ਕੁਝ ਖੋਹ ਲੈਣਗੇ। ਸੋ ਤੂੰ ਆਪਣੇ ਲਈ ਇਤਨੇ ਕਸ਼ਟ ਕਿਉਂ ਸਹੇੜਦਾ ਹੈ? ਮੰਝ, ਸਤਿਗੁਰੂ ਜੀਓ, ਮੈਨੂੰ ਕਲਿਆਣ ਦੀ ਲੋੜ ਹੈ। ਮੈਨੂੰ ਪੀਰ ਮੁਕਾਮ ਪੂਜਣ ਵਿੱਚ ਕੁਛ ਨਹੀਂ ਲੱਭਾ। ਸ਼੍ਰੇਣੀ ਦੇ ਧੌਂਕਲਾ ਪਾ ਕੁਛ ਨਹੀਂ ਮਿਲਿਆ। ਮੈਂ ਹਿੰਦੂ ਹੋ ਕੇ ਮੁਸਲਮਾਨ ਪੀਰਾਂ ਦੇ ਮਗਰ ਰੁੱਲ ਸਖਣਾ ਰਿਹਾ ਹਾਂ। ਆਪ ਦੀ ਬਾਣੀ ਆਪ ਦੇ ਚਰਨਾਂ ਵਿੱਚ ਲੈ ਆਈ ਹੈ। ਆਪ ਦੇ ਦਰਸ਼ਨ ਠੰਡ ਪਾ ਗਏ ਹਨ। ਮੈਂ ਹੁਣ ਹੋਰ ਕਿਸੇ ਜੋਗਾ ਨਹੀਂ ਰਿਹਾ। ਮਿਹਰ ਕਰੋ ਤੇ ਸਿੱਖੀ ਦਾਨ ਬਖਸ਼ੋ। ਸਤਿਗੁਰ ਨੇ ਫਿਰ ਸਮਝਾਇਆ, ਭਾਈ ਸਿੱਖੀ ਕਲਿਆਣ ਦਾ ਮਾਰਗ ਹੈ, ਪਰ ਇਸ ਦੇ ਧਾਰਨ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਕਈ ਵੇਰ ਲੋਕ ਕੁਟੰਬ ਨਾਲ ਤੋੜਨੀ ਪੈਂਦੀ ਹੈ। ਕਈ ਵੇਰ ਧਨ ਧਾਮ ਛੱਡਣੇ ਪੈਂਦੇ ਹਨ। ਫੇਰ ਵਿਚਾਰ ਕਰ ਲੈ। ਮੰਝ, ਸਤਿਗੁਰੂ ਜੀ ਤੇਰੀ ਮਿਹਰ ਨਾਲ ਸਭ ਹੱਲ ਹੋ ਜਾਊ, ਪਰ ਮੈਨੂੰ ਹੁਣ ਉਹ ਸੁੱਖ ਬਖਸ਼ ਦੇ ਜੋ ਤੇਰੇ ਬਚਨਾਂ ਵਿੱਚ ਹੈ। ਚਰਨੀ ਲਾ ਲੈ। ਤਦ ਸਤਿਗੁਰ ਨੇ ਮਿਹਰ ਕਰਕੇ ਨਾਮਦਾਨ ਬਖਸ਼ਿਆ। ਮੰਝ ਗਦਗਦ ਹੋ ਕੇ ਆਪਣੇ ਪਿੰਡ ਗਿਆ। ਇਹ ਪਿੰਡ ਦਾ ਮੁਖੀਆ ਪੀਰ ਸੇਵਕ ਸੀ। ਇਸ ਦੇ ਘਰ ਪੀਰ ਮੁਕਾਮ ਸੀ ਜੋ ਇਸ ਨੇ ਢਾਹ ਦੂਰ ਕੀਤਾ।
इस पर लोग नाराज होए, निंदा हुई, फिर लगी दुर दुर होण। अंत लिखिया है कि छीन लीन ग्रह तन सिरदारी, सरब शरीकन दीन निकारी। पक्के दिल वाला भाई मंझ किसे होर शहर जा रहा, ते घास खोद के वेचे ते निर्वाह करे। इस किरत कमाई विचों भी कुछ भेटा सतगुरु जी दे लंगर लई रख लवे। इस प्रकार कुछ समा बीतिया। अंत ए गुरु नगरी विच आ रहा ते कार ए आरंभी कि जंगल विचों लकड़ां दा भार वड्ड के लियावना ते गुरु के लंगर विच पा देना। प्रसाद मात्र गुरु के लंगरों छक लेना। फिर इसने लंगर दा भोजन छकना भी छोड़ दिता। लकड़ां दा भार रोज़ लंगर विच लिया पाउणा, रोटी सिखां दे घरां तो मंग खाणी, बाकी सारा वक़्त सिमरन विच निमगन बैठे रहना। जद गुरु जी ने मंदिर साजना आरंभी तां इसने कुछ वक़्त उत्थे भी सफल करना। इस तरह नाम बाणी दा रंग चढ़दा गया। एक दिन जंगलों सुक्कियां लकड़ां लिया रहा सी। हनेरी चढ़ी। उस अंधकार विच एक थां एक खूह सी, जिस विच औड़ लगी होण करके पानी थोड़ा सी। उस विच टै पिया। अद्धा तां पानी विच खड़ो गया ते जतन ये कीता कि लकड़ां दा भार सिर ते ही रहे, सुटा ना। जे भिज गईयां तां रात गुरु का लंगर की को पकेगा। इस हाल कुछ काल खड़ा रहा। बाणी दी मिठी सुर विच धुन लग रही ते मन अडोल रहा कि कोई विध बनेगी ते लकड़ां गुरु के लंगर अपणनगियां। किते नेड़े ही गुरु अर्जन देव जी आए होए हन। हनेरी दा पहला झोंका लंघ चुका सी ते कुछ हम गई सी कि गुरु जी उतावले हो पलंग तो नंगे पैरी काली काली टुर पे। सिख नाल हो टुरे, एक जुत्ती लैके मगर भजा। आखण, महाराज सानू सेवा दसो, आप क्यों औखे हो रहे हो, कार ही दसो। तद गुरु जी इन्हां कहंदे रस्से लियाओ, आप भजी गए। कुछ चिर विच सिख घोड़ी तैयार करके भी मगर हो टुरे, पर आप वाहो दाही नंगे पैरी चले ही गए। इस तरह इस खूह ते पुजे ते झाती मारी। फिर नाल आए सिखां नूं हुक्म होया, रस्सा लटकाओ। सिखां ने रस्सा लटकाया ते बचन कीता, सिखा रस्सा फड़ लै घुट के ते उपर चढ़ा। मंझ ने आवाज़ दिती, पहला रस्से पा के लकड़ां दा भार खिचवा लो। जो लकड़ां सुक्कियां बार अपड़ जाण, फेर मैनू कड्ढना। इस तरह रस्सा लमकिया। एक सियाणा दूजे रस्से नाल लटकिया। उसने भार नाल रस्सा बद्धा ते आप अपने रस्से नाल उपर चढ़ गया, जिवें टोबे रस्से फड़ के खूहां विच उतरदे चढ़दे हन। उपर खड़ियां ने लकड़ां उपर खिच के हुण रस्सा फिर लमकाया तां मंझ उस रस्से नूं फड़ के चंबड़ गया। तद उपर वालियां ने खिच खिच के उसनूं बाहर कढ लिया। मंझ दी हैरानी दी कोई हद ना रही जद उसने सतगुरु जी उत्थे खड़े वेखे। पुलकावले ते गदगद हुंदा चरनां नूं चंबड़ गया। तन 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 आखदा बेबल हो गया। सतगुरां ने सिर चा के छाती नाल लाया, कंडी ते हथ फेरिया ते आप द्रवीभूत हुंदिया कहा, मंग कुछ मंग, मंझ मंग। जद बार बार गुरु दाते ने कहा मंग तां मंझ ने मंग कीती, हे दाता मेहर कर, सब किसे तो अजाची ते अमंग रहा। सत्य नाम बिना मेरी मंग कोई ना रहे। ओ भी आप तो आप दे चरण मेरे हिरदे विच सदा चमकदे रहन। गुरु जी ने 3 वेर फरमाया, तथास्तु, ऐसा ही होवेगा। फिर बोले कुछ होर मंग। तां मंझ बोलिया, पातशाह सिक्खी कठन है, सब कोई इस दे ताव नहीं चल सकदा। इन्हां कठिनाइयां नूं सब संगतां लई सुखला कर दिओ दाता मेरे। गुरु जी संगतां लई ये अरदास सुन के
ਮੰਝ ਦੀ ਸਰਬੱਤ ਦੇ ਭਲੇ ਦੀ ਬਿਰਤੀ ਨੂੰ ਸਿਆਣਦੇ ਹੋਰ ਨਰਮੀ ਵਿੱਚ ਆ ਗਏ ਤੇ ਫਰਮਾਨ ਕੀਤਾ, ਬਹੁਤ ਅੱਛਾ ਮੰਝ, ਪਰ ਇੱਕ ਗੱਲ ਸਮਝ ਲੈ, ਸੋਨੇ ਵਿੱਚ ਮਿਲੇ ਖੋਟ ਕਸਵੱਟੀ ਤੇ ਲਾ ਕੇ ਪਰਖੀਂਦੇ ਹਨ ਤੇ ਅਗਨੀ ਦਾ ਤਾ ਦੇ ਦੇ ਕੇ ਕਢੀਂਦੇ ਹਨ। ਜੋ ਸਿੱਖ ਪੂਰਨ ਸ਼ੁੱਧ ਕਰਕੇ ਨਿਜ ਸਰੂਪ ਬਣਾਈਦੇ ਹਨ ਉਹ ਸ਼ੁੱਧ ਕਰੀਂਦੇ ਹਨ, ਉਹ ਸੋਧਨਾ ਕਸ਼ਟ ਨਹੀਂ ਆਉਂਦੀ। ਹਾਂ ਮੰਝ, ਹੋਰ ਮੰਗ। ਤਾਂ ਮੰਝ ਨੇ ਕਿਹਾ, ਦਾਨ ਦੇਹੋ ਸਿਦਕ ਸਿਦਕ ਸਿਦਕ। ਤਦ ਸ੍ਰੀ ਮੁਖਥੀ ਬੋਲੇ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਇਸ ਪ੍ਰਕਾਰ ਮੰਝ ਦਾ ਨਾਂ ਕੇਵਲ ਉਧਾਰ ਹੋਇਆ, ਉਹ ਜਗਤ ਨੂੰ ਨਿਸਤਾਰਣੇ ਵਾਲਾ ਗੁਰਮੁਖ ਬਣਾ ਦਿੱਤਾ ਗਿਆ। ਗੁਰੂ ਕੀ ਆਗਿਆ ਪਾ ਕੇ ਮੰਝ ਹੁਣ ਉੱਥੇ ਗਿਆ ਜਿੱਥੇ ਗੁਰੂ ਦਰ ਆਉਣ ਤੋਂ ਪਹਿਲੇ ਆਪਣੀ ਇਸਤਰੀ ਪਰਿਵਾਰ ਨੂੰ ਛੋੜ ਆਇਆ ਸੀ। ਪਤਾ ਰਹੇ ਕਿ ਪਿੰਡੋਂ ਧੱਕੇ ਜਾਣ ਬਾਅਦ ਉਹ ਕਿਸੇ ਨਗਰ ਜਾ ਰਿਹਾ ਸੀ ਤੇ ਘਾਹ ਕੱਟ ਵੇਚ ਕੇ ਗੁਜ਼ਾਰਾ ਕਰਦਾ ਰਿਹਾ ਸੀ। ਜਦ ਗੁਰੂ ਦਰ ਜਾਣੇ ਦਾ ਸੰਕਲਪ ਕੀਤਾ ਤਾਂ ਇਸਤਰੀ ਨੂੰ ਕਿਸੇ ਸਰਦੇ ਪੁੱਜਦੇ ਸ਼ਰੀਫ ਘਰਾਣੇ ਵਿੱਚ ਟਹਿਲਣ ਦੀ ਨੌਕਰੀ ਤੇ ਲਾ ਆਇਆ ਸੀ। ਇਹ ਸੁਭਾਗ ਬੀਬੀ ਦਿਨ ਭਰ ਸੇਵਾ ਕਰਕੇ ਜੋ ਤਨਖਾਹ ਲੈਂਦੀ ਸੀ ਉਸ ਤੇ ਗੁਜ਼ਾਰਾ ਕਰਦੀ ਤੇ ਬੱਚੇ ਪਾਲਦੀ ਸੀ। ਇਹ ਵੀ ਆਪਣਾ ਵਿਹਲਾ ਸਮਾਂ ਭਜਨ ਵਿੱਚ ਲਾਉਂਦੀ ਸੀ। ਹੁਣ ਮੰਝ ਗੁਰੂ ਹੁਕਮ ਪਾ ਕੇ ਇਸ ਦੇ ਪਾਸ ਗਿਆ। ਸੰਗਤਾਂ ਵਿੱਚ ਇਸ ਦਾ ਜਸ ਫੈਲ ਗਿਆ। ਇਹ ਬੜਾ ਭਾਰੀ ਗੁਰਮੁਖ ਬਖਸ਼ਿਸ਼ ਵਾਲਾ ਬੰਦਾ ਹੋਇਆ। ਸਿੱਖੀ ਦਾ ਇਸਨੇ ਬੜਾ ਪ੍ਰਚਾਰ ਕੀਤਾ। ਇਸ ਦੇ ਲੰਗਰ ਚੱਲਦੇ ਤੇ ਨਾਮ ਦੇ ਅਮਿਤ ਦਾਨ ਹੁੰਦੇ। ਸੂਚਨਾ, ਭਾਈ ਮੰਝ ਦਾ ਸਭ ਤੋਂ ਪੁਰਾਣਾ ਲਿਖਤੀ ਹਾਲ ਸਿੱਖਾਂ ਦੀ ਭਗਤ ਮਾਲ ਵਿੱਚ ਹੈ, ਜੋ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਪਹਿਲੇ ਦੀ ਸ਼ੈ ਹੈ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਗੁਰੂ ਜੀ ਨੇ 2 ਵੇਰ ਆਪਣੇ ਦਾਸ ਨੂੰ ਹੁਕਮਨਾਮਾ ਦੇ ਕੇ ਮੰਝ ਪਾਸ ਆਜ਼ਮਾਇਸ਼ ਵਾਸਤੇ ਘੱਲਿਆ ਤੇ ਉਸਨੇ ਰੁਪਏ ਮੰਗੇ। ਸਿੱਖਾਂ ਦੀ ਭਗਤ ਮਾਲ ਵਿੱਚ ਇਹ ਦੋਏ ਪ੍ਰਸੰਗ ਨਹੀਂ ਹਨ ਤੇ ਉਹ ਪੁਸਤਕ ਸੂਰਜ ਪ੍ਰਕਾਸ਼ ਤੋਂ ਪਹਿਲਾਂ ਦੀ ਲਿਖਤ ਹੈ। ਮੰਝ ਜਾਂ ਮੰਝ ਗੋਤ ਹੈ ਰਾਜਪੂਤਾਂ ਦਾ। ਪ੍ਰਸਿੱਧ ਭਾਈ ਮੰਝ ਦਾ ਨਾਮ ਸੀ ਤੀਰਥਾ। ਕਿਉਂਕਿ ਸ੍ਰੀ ਗੁਰੂ ਜੀ ਦੇ ਹੋਰ ਕਈ ਸਿੱਖ ਤੀਰਥਾਂ ਨਾਮ ਦੇ ਹੋਏ ਹਨ, ਇਸ ਕਰਕੇ ਇਸ ਦੇ ਨਾਮ ਨਾਲ ਮੰਝ ਇਸ ਦੇ ਗੋਤ ਦਾ ਨਾਮ ਲਾਇਆ ਗਿਆ। ਅਖੀਰ ਮੰਝ ਹੀ ਮੰਝ ਰਹਿ ਗਿਆ। ਇਸ ਮਹਾਂਪੁਰਖ ਦਾ ਟਿਕਾਣਾ ਅਜੇ ਤੱਕ ਹੈ, ਜੋ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਹੈ। ਨਾਮ ਹੈ ਕੰਗਮਾਈ। ਪਤਾ ਚੱਲਦਾ ਹੈ ਕਿ ਭਾਈ ਮੰਝ ਨੇ ਗੁਰਮੁਖ ਪਦਵੀ ਪਾ ਕੇ ਗੁਰੂ ਆਗਿਆ ਵਿੱਚ ਇੱਥੇ ਡੇਰੇ ਲਾਏ, ਨਾਮ ਬਾਣੀ ਦਾ ਪ੍ਰਚਾਰ ਕੀਤਾ ਤੇ ਦੇਗ ਚਲਾਈ। 1651 ਦੇ ਲਗਭਗ ਸ੍ਰੀ ਗੁਰੂ ਜੀ ਕੰਗਮਾਈ ਆਪ ਆਏ ਤੇ ਭਾਈ ਮੰਝ ਦੇ ਕੰਮ ਤੇ ਖੁਸ਼ ਹੋ ਕੇ ਹੋਰ ਬਰਕਤਾਂ ਬਖਸ਼ੀਆਂ। ਉਸ ਟਿਕਾਣੇ ਜਿੱਥੇ ਸਤਿਗੁਰੂ ਜੀ ਟਿਕੇ ਸਨ, ਗੁਰਦੁਆਰਾ ਹੁਣ ਤੱਕ ਕਾਇਮ ਹੈ। ਭਾਈ ਮੰਝ ਦੀ ਸਮਾਧ ਵੀ ਇਸੇ ਪਿੰਡ ਹੈ। ਸਿੱਖਾਂ ਦੀ ਭਗਤ ਮਾਲਾ ਵਿੱਚ ਭਾਈ ਮੰਝ ਇਕੱਲਾ ਗੁਰੂ ਕੀ ਸ਼ਰਨ ਨਹੀਂ ਸੀ ਆਇਆ। ਇਸ ਦੇ ਨਾਲ 2 ਹੋਰ ਆਏ ਸਨ, ਪੁੰਨੂ ਤੇ ਪੀਰਾਣਾ। ਇਹ ਤ੍ਰੈ ਸਖੀ ਸਰਵਰ ਦੇ ਮੁਰੀਦ ਸਨ। ਤ੍ਰੈ ਸਿੱਖ ਬਣੇ ਤੇ ਪੂਰਨ ਸਿੱਖ ਹੋਏ। ਪੀਰਾਣਾ ਨੂੰ ਵੀ ਇਹ ਵਰ ਮਿਲਿਆ ਸੀ, ਤੂੰ ਸਾਨੂੰ ਸਿਦਕ ਹੋਵੇਗਾ, ਨਾਲੇ ਤੁਸਾੜਿਆਂ ਮਿਲਿਆਂ ਹੋਰਨਾਂ ਨੂੰ ਸਿਦਕ ਹੋਵੇਗਾ। 11ਵਾਂ ਹੈ ਭਾਈ ਬਹੋੜਾ। ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦੇ ਦਿਨਾਂ ਵਿੱਚ ਸਤਿਗੁਰ ਕੁਝ ਦਿਨਾਂ ਲਈ ਕਿਸੇ ਸਾਂਗੇ ਗੋਇੰਦਵਾਲ ਆਏ। ਇੱਥੇ ਵੀ ਪਿੱਛੇ ਦਸੀ ਨਿਤ ਕਿਰਿਆ ਵਾਂਗੂ ਹੀ ਸਭ ਕਾਰਜ ਹੁੰਦੇ ਸਨ। ਇੱਕ ਦਿਨ ਆਸਾ ਦੀ ਵਾਰ ਹੋ ਚੁੱਕੀ ਸੀ। ਦਰਬਾਰ ਲੱਗ ਰਿਹਾ ਸੀ ਕਿ ਇੱਕ ਆਦਮੀ ਆ ਨਿਕਲਿਆ। ਪਹਿਲੋਂ ਰੱਜ ਕੇ ਦਰਸ਼ਨ ਕੀਤੋਸ, ਫਿਰ ਚਰਨਾਂ ਤੇ ਮੱਥਾ ਧਰ ਦਿੱਤੋਸ, ਛੋਂਦਿਆਂ ਹੀ ਕੰਮ ਗਿਆ। ਫਿਰ ਕੁਝ ਵਿੱਥ ਤੇ ਖੜੋ ਕੇ ਦਰਸ਼ਨ ਕਰਦਾ ਰਿਹਾ। ਇਹਨਾਂ ਨੂੰ ਸਤਿਗੁਰ ਨੇ ਆਵਾਜ਼ ਦਿੱਤੀ, ਉਹ ਬਹੋੜੇ, ਕੀ ਕਿਰਤ ਕਰਦਾ ਹੁੰਦਾ ਹੈ? ਭਾਈ ਬਹੋੜਾ ਸੁਣ ਕੇ ਫਿਰ ਕੰਬਿਆ, ਹੱਥ ਜੋੜ ਬੋਲਿਆ, ਹੇ ਸੱਚੇ ਗੁਰੂ, ਮੈਂ ਸੁਨਿਆਰੇ ਦੀ ਕਿਰਤ ਕਰਦਾ ਹੁੰਦਾ ਹਾਂ। ਗੁਰੂ ਜੀ, ਧਰਮ ਕਿਰਤ ਕਰਦਾ ਹੈ ਕਿ ਖੋਟ ਪਾਉਂਦਾ ਹੈ
ते पहमानगियां भी करदा है, सच बोली। बहोड़ा फिर कंबिया, ऐतकी नैणी नीर भी पर आया ते थिड़क दी आवाज़े बोलिया, हे सतगुरु, मजूरी खरी करके पूरी लैंदा हाँ, पर जो चीज़ कड़ के देंदा हाँ उस विच खोट भी पा देंदा हाँ, जो सियाण नहीं हुंदा। इउं धन काफ़ी मिल जांदा है, मारो चाहे रखो, सच दा हुक्म सुन, मन शर्मांदे सच बग देता है। गुरु जी, ये तां भाई अधर्म है। बहोड़ा, साडा पिता पितावां तो सुभाव हो गया है, खोट जरूर पाउणा। धर्म अधर्म कोई नहीं विचारदा। गुरु जी, जो कुछ करीदा है उसके संस्कार मन अंदर डूंघे थां जमा रहिंदे हन। खोटे कीते दे खोटे संस्कार रहिंदे हन, ओही जीवदे मोए दुखदाते हुंदे हन, काल चक्कर विच पुआंदे हन। बहोड़ा, पातशाह मेहर करो, कड्डो इस गेड़ विचों। गुरु जी, कुकर्मां दा त्याग कर, जे मलो मली होवे फिर त्याग कर। हार ना ते बने खोटे सुभाव नूं जतन ला ला जिती जा। जिवें जाल फसिया मगरमच्छ जतन ला ला जाल कढ़ देंदा है। किरत धर्म दी कर, कोई किरत कर पर धर्म दी किरत कर। पिछले कट्ठे होए खोटे संस्कारां नूं अंदरों कढ़। बहोड़ा, किवें दाता जीओ। गुरु जी, वाहिगुरु जी दा सिमरन कर। बहोड़ा, सत बचन। महाराज, जे सिमरन विच चित ना लगे तां की करां जीओ। गुरु जी, सत्संग कर, कीर्तन सुन, गुरबाणी पढ़ के विचार। बहोड़े ने हुण फिर चरना ते सिर धर दिता ते ये विचारिया कि मैं अपना नवां जीवन बनावां ते सत्संग विच रह के ही आपा बदलावां। सो गुरु की संगत विच रह पिया। ये गुरु जी दे पास रहा, हरिमंदर दी सेवा विच लग पिया। इस दी सुच्ची घाल पर रीझ के गुरु जी ने नाम दान दा रस प्रदान किया। इसने नाम दी घाल ऐसी कीती कि सतगुरां ने परम पद बख्शिया, गुरमुख बना दिता। हुक्म दिता, हुण घर जाओ ते नाम दा जीवन बसर करो। बहोड़े अरदास कीती, किता की करां। गुरु जी बोले, हुण किरत जगत निस्तारन दी करो। मेरे नमित अपने घर विच आए गए भुखे कंगाल लोड़वंद नूं अंन दिओ। सिੱਖੀ विच कायम रहो, दुख सुख विच भाणा मनो, भाणे दे साईं नाल सदा जुड़े रहो। दाता प्रभु आप है, देवेगा। इस प्रकार गोइंदवाल विच कुछ चिर ठहरे ते संगतां दे उधार कीते। फिर हरमंदर दी कार सेवा लई गुरु की नगरी आ बिराजे। 12वां है भाई बहलो। हरमंदर दी उसारी लई खरियां पक्कियां इटां दी लोड़ सी। फफरे नामे ग्रां विच एक बहलो नामे सुल्तानी आजाद दा सिद्धू रहिंदा सी। ये आवियां इटां आदि दी कारीगरी दा जाणू ख्याल कीता जांदा सी। सतगुरु जी ने इसनूं बुलवा कलिया। ये सरवर दा मुरीद सी। शेख दा ठाट करके खूंडी हथ लैके खलरा गल विच पा के निगाहे जाया करदा सी ते संगी भी नाल ले जांदा हुंदा सी। सो सुल्तानियां दा एक वड्डा आगू सी। पहलों तां इसने अपनी बनी हुई वडियाई नूं वट्टा लगदा समझ के जाणो ना कीती, पर फिर टुर पिया ते दिल विच धारियो सो कि सतलुज अपड़दे ताईं सुल्तान ने दिखाई दिती तां मुड़ आसां, नहीं तां गुरु का हो जासां। सो सतलुज तक कोई दिखाई ना होई तां ये बेड़ी विच बह गया ते नदी दे विचाले जाके पिराई दा भेख ख्वाजा खिजर दी भेंट कर दिता ते सादे कपड़े पहन लए। सने सने जा हजूरी विच पहुंचा। सतगुर दयाल होए, सिੱਖੀ दान दिती, वाहिगुरु दे नाम सिमरन विच ला दिता। फिर इटां थपावण, आवे लावण, पकावण दे कम दी सपुरदी सारी कर दिती।
बैलो भी तनो मनो हो के सेवा विच लग पिया। ज्यों ज्यों सेवा कीती गुरु प्रेम दिल विच डूंगा लैंदा गया। दर्शन करे करे ते रजे ना, होर करे ते सेवा विच लगा रहे। रसना सिमरन विच रहे, हथ कार करदे रहन। कवि संतोख सिंह जी लिखते हैं, छुदा पिपासा नींद न जाने, आलस बिन सेवा सावधाने। कार ईंट का करे पचावे, भली रीत कर प्रेम पकावे। जब गुर मिले लाए टक रहे, जथा चकोर चंद को चह। 13वां है भाई बुद्धू। लाहौर विच एक सिख रहिंदा सी, उसदा प्रसिद्ध नाम सी बुद्धू। जात दा सी घुमियार, कार करदा सी इट्टां दे आवे लावण दी। किरतकार सारी धर्म दी करदा सी, सिक्खी प्राप्त सी। कमाई विचों लोड़वंद गुरु सिखां दी सेवा भी करदा सी। दसवंद गुरु अर्पण करदा सी। जिन्हां दिनां विच हरिमंदर उसर रहा सी, इसने लाहौर एक बहुत वड्डा आवा चाड़िया, जिस पर अपना धन भी लाया ते कुछ उधार लैके भी लाया। कुछ माया दसवंद दी पई वेख के सोचियस कि गुरु चक ए माया अर्पण करां, जो हरमंदर दी उसारी विच सफली होवे। नाले ये भी सोची कि सतगुरु जी दी आशीर्वाद लवां ते मेरा आवा सिरे चढ़े ते खुला धन हथ आवे। लालसा ये भी सी कि दर्शन करां ते नाम बाणी विच बरकत पवे। बुद्धू अंदरों बाहरों साफ गुरु का तनो मनो शरदावान सिख सी। इस प्रकार मनोरथ धारदा गुरु दी नगरी पहुंचा। दीवान विच हाजिर होया। जदों सिखां दे पेश होण ते भेटां अगे धरियां जाण दा समां आया, तां इसने भी भेटां अगे धरी ते मेवड़े ने अरदास कीती कि जीओ आप दा सिख माया भेट लैके हाजिर होया है। सिदकवान है, आवियां दा कम करदा है, नाम जगत प्रसिद्ध बुद्धू है। अरदास है सिख दा नवां लाया आवा सिरे चढ़े ते पक्का पक्के। सतगुरु जी ने फरमाया, भाई सिखा नाम जप, बाणी पढ़, सिखां दी सेवा कर, तेरा कारज वाहिगुरु सिद्ध कर देवेगा, आवा सिरे चढ़ेगा। बुद्धू ने लाहौर आके आवे नूं अग दिती। जद आवा किन्ना चिर गर्म होके पक जाण ते अपड़ गया, तां मोहरी खुली। नमूना डिठा तां पता लगा कि कारज हो गया है। फिर इसने आवी खोलण तो पहला सिखां दा प्रसाद कीता। सारा दिन लंगर जारी रहा। संझां दे लगभग सब भोजन समाप्त हो गया। सिख संगत टुर गए। तद अचानक एक सिख आ निकलिया ते उसने अन्न मंगया। बुद्धू ने कहा, भाई हुण तां सब कुछ मुक चुका है। पहलों आमदे तां रज के छक लैंदे। पहली संगत ने भोजन की समाप्ति ते अरदास करदे आसीस दिती कि बुद्धू दा आवा रास आवे, पक्का निकले। पर इस सिख ने कहा, अच्छा बुद्धू, छुदा नाल व्याकुल सिख नूं भोजन नहीं दिता, तेरा आवा पक्का ना निकले। इस सिख दा नाम सी लखू। बुद्धू ने कहा, लखू तू सिख है, गुरु वाग दे विरुद्ध बोलदा है। गुरु आवा पक्का कर चुके हैं, तू कौन है कच्चा करने वाला। वेले सिर आप नहीं हो पहुंचा ते हुण सानू शराब देंदा है। लखू ने कहा, असीं भी भाई उसे गुरु दे सिख हां जो सिखां दा दुख नहीं वेख सकदा। लखू तां भुख होटे उदास टुर गया। जद वक्त आया कि आवा खोलिया जाए, तां अगले दिन बुद्धू ने आवा खोलिया। तां मोहरी दियां पहलियां पक्कियां तो जद अगे गए, तां इट्टां पिलियां। बुद्धू ने धन बड़ा लाया सी, करजा भी चाया सी। लक त्रुट गया कि हुण की बण सी। होर कुछ ना सुझी। गुरु के हजूर भजा गया। जा बेनती कीती। सुन के सतगुरां ने कहा, बुद्धू कोई सिख तेरे ते अप्रसन्न गया है। तद बुद्धू ने लखू दी कथा सुनाई। गुरु जी सुन के चुप हो गए। कुछ चिर मगरों
बुद्धू ने कहा, हे दाता, मेरी गत हुण की बनू? करजे नाल बजा पिया हां। आप मालक हो, आप दा वाक आप दा दास हो के सिख उल्टा देवे ते मैं गरीब मारिया जावां, भुल बख्शो। तां आप बोले, बुद्धू, गुरु दा वाक सिख हटावे तां गुरु दा बिरद चल लैंदा है, पर जे सिख कोई वाक कहे तां गुरु दा बिरद उसनूं नहीं उल्टाउंदा। देख, वाहिगुरू दी बद्दी भगत छुड़ा लैंदे हन, पर वाहिगुरू दा बिरद है कि भगतां दी बद्दी नहीं छुड़ाउंदा। मेरी बांदी भगत छड़ावे, बांधे भगत न छूटे मोहे। एक समय मोको गए बांधे, तौफुन मोह पे जवाब न होए। मैं गुण बंद सगल की जीवन, मेरी जीवन मेरे दास। देख, वाहिगुरू गुरु नाल जुड़े सिख के अभ्यागत दा सदा सत्कार रखना, ये भुल ना करनी। तू भी सिख है, तेरे ते कष्ट ना पवे, तेरा काम सवर जावेगा। जा आवा खोल, तेरियां पिलियां पक्कियां अध पक्कियां सब पक्कियां दे भाव विक जाणगियां। रुत बरसात दी आ गई, किले दी बाही गिरी ते नवीं उसारन लई नीहां खुद चुकियां सन। नीहां भरन लई इट्टां नहीं सन मिलदियां ते जरूरी सी बरखा तो पहले भर देना नींह दा। होर आवा लाहौर विच कोई तैयार ना सी। उस दे आवे दियां सारियां इट्टां दा सौदा पक्कियां दे भाव हो गया। किले दा कम सरकारी ना रुकिया ते बुद्धू नूं नफा हो गया। लखू दा वाग भी अनथा ना होया। गुरु ने उसनूं अनथा ना होण दिता, पर बुद्धू दा कारज भी संवार दिता। गुरु रू प्यारी साध संगत जी, इस लिखत दा अगला हिस्सा आप जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।